तेरे कवन कवन गुण कह कह गावा। तू साहिब गुणी निधाना। तुमरी महिमा वर्ण न सका। तू ठाकुर ऊच भगवाना। धन वाहिगुरु साहिब जीओ। चेत गोविंद आराधिया। होवै आनंद कणा। संत जना मिल पाईऐ। रसना नाम पणा। चेत गोविंद आराधिया। होवै आनंद कणा। संत जना मिल पाईऐ। रसना नाम पणा। जिन पाया प्रभ अपना। आए तिसह गणा। एक खिण तिस बिन जीवना। बिरथा जन्म जाना। जल थल महियल पूरिया। रविया विच बना। सो प्रभ चित न आवई। कितड़ा दुख गणा। जिनी रावया सो प्रभु। तिना भाग मना। हर दर्शन को मन लोचदा। नानक प्यास मना। चेत मिलाए सो प्रभु। तिसकै पाए लगा। हर दर्शन को मन लोचदा। नानक प्यास मना। चेत मिलाए सो प्रभु। तिसकै पाए लगा। वाहिगुरु जी का खालसा। वाहिगुरु जी की फतेह। परम सन्मान योग चबर छतर तख्त दे मालक गरीब नवाज सतगुरु श्री गुरु ग्रंथ साहिब जी दी पावन पवित्र मुकद्दस हजूरी विच जुड़ बैठे गुरु सवारियो ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ
ਪਾਵਨ ਅਸਥਾਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਫਤਿਹ ਨਗਰ ਨਵੀਂ ਦਿੱਲੀ ਤੋਂ ਫਤਿਹ ਟੀਵੀ ਦੁਆਰਾ ਸਿੱਧੇ ਪ੍ਰਸਾਰਣ ਦੇ ਰਾਹੀਂ ਸਤਿਗੁਰਾਂ ਦੀ ਪਵਿੱਤਰ ਬਾਣੀ ਆਸਾ ਦੀ ਵਾਰ ਦਾ ਕੀਰਤਨ ਆਪ ਜੀ ਸਰਵਨ ਕਰ ਰਹੇ ਸੀ। ਆਓ ਸਾਧ ਸੰਗਤ ਜੀ ਅਗਲੇ ਸਮੇਂ ਦੇ ਲਈ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਅੱਜ ਨਾਨਕਸ਼ਾਹੀ ਸੰਮਤ 553 ਨਵਾਂ ਵਰ੍ਹਾ ਆਰੰਭ ਹੋਇਆ ਹੈ। ਸੋ ਮੈਂ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਸੋ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਜਿਹੜਾ ਈਸਵੀ ਸਨ ਹੈ ਉਹਦੀ ਆਰੰਭਤਾ ਜਨਵਰੀ ਤੋਂ ਹੁੰਦੀ ਹੈ। ਇਸੇ ਤਰ੍ਹਾਂ ਨਾਨਕਸ਼ਾਹੀ ਸੰਮਤ ਜਿਸ ਦੀ ਆਰੰਭਤਾ ਚੇਤ ਦੇ ਮਹੀਨੇ ਤੋਂ ਹੁੰਦੀ ਹੈ। ਸੋ ਅੱਜ ਇੱਕ ਚੇਤ ਨਾਨਕਸ਼ਾਹੀ ਸੰਮਤ 553 ਆਰੰਭ ਹੋਇਆ ਹੈ। ਸੋ 12 ਮਾਹ ਪਵਿੱਤਰ ਬਾਣੀ ਦੇ ਅੰਦਰ ਚੇਤ ਦੇ ਮਹੀਨੇ ਦੇ ਪ੍ਰਥਾਏ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਮਹੀਨੇ ਦਾ ਨਾਮ ਕਾਵਿ ਰੂਪ ਦੇ ਵਿੱਚ ਲੈ ਕਰਕੇ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਨੇ, ਆਓ ਇਹਨਾਂ ਪਾਵਨ ਬਚਨਾਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੀਆਂ ਸੰਗਤਾਂ ਕਰੋ ਕਿਰਪਾ ਰਸਨਾ ਪਵਿੱਤਰ ਕਰਦਿਆਂ ਹੋਇਆ ਗੁਰੂ ਚਰਨਾਂ ਵਿਸ਼ੇਸ਼ ਝੁਕਾਓ। ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਸੰਸਾਰ ਦੇ ਅੰਦਰ ਜਿਵੇਂ ਜਿਵੇਂ ਮਨੁੱਖ ਨੂੰ ਸੋਝੀ ਹੋਈ ਤਿਵੇਂ ਤਿਵੇਂ ਇਹਨੇ ਬਹੁਤ ਜ਼ਿਆਦਾ ਵਿਕਾਸ ਕਰ ਲਿਆ। ਫਿਰ ਚੀਜ਼ਾਂ ਦੀ ਜਾਣਕਾਰੀ ਰੱਖਣ ਦੇ ਲਈ ਚੀਜ਼ਾਂ ਦੇ ਨਾਮ ਜਿਹੜੇ ਨੇ ਧਰ ਦਿੱਤੇ ਗਏ। ਇਸੇ ਤਰ੍ਹਾਂ ਸਮੇਂ ਦੀ ਜਾਣਕਾਰੀ ਰੱਖਣ ਦੇ ਲਈ ਮਨੁੱਖ ਨੇ ਸਮੇਂ ਦੀ ਵੀ ਵੰਡ ਕੀਤੀ ਹੈ। ਜਦੋਂ ਸਮੇਂ ਦੀ ਵੰਡ ਦੀ ਗੱਲ ਆਉਂਦੀ ਹੈ ਤੇ ਸਮੇਂ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਹੈ ਉਹ ਅੱਖ ਦਾ ਫੋਰ ਹੈ। ਤੇ ਆਮ ਤੌਰ ਤੇ ਇਹ ਉਦਾਹਰਨ ਵੀ ਜਿਹੜੀ ਦਿੱਤੀ ਜਾਂਦੀ ਕਿ ਫਲਾਣਾ ਕੰਮ ਜਿਹੜਾ ਏ ਉਹਨੇ ਅੱਖ ਦੇ ਫੋਰ ਵਿੱਚ ਕਰ ਦਿੱਤਾ, ਜਾਂ ਅੱਖ ਝਮਕਣ ਜਿੰਨੇ ਸਮੇਂ ਵਿੱਚ ਹੀ ਫਲਾਣਾ ਕੰਮ ਜਿਹੜਾ ਏ ਸਿਰੇ ਚੜ ਗਿਆ। ਸੋ ਅੱਖ ਦੀ ਪਲਕ ਝਪਕਣੀ ਇਹ ਬੜੀ ਇੱਕ ਛੋਟੀ ਇਕਾਈ ਹੈ ਸਮੇਂ ਦੀ। ਇਸ ਤੋਂ ਬਾਅਦ ਜਿਹੜੇ ਵਿਸਵੇ ਹੋਂਦ ਵਿੱਚ ਆਏ, ਫਿਰ ਚਸੇ ਬਣੇ, ਪਲ ਬਣੇ, ਘੜੀਆਂ ਬਣੀਆਂ। ਘੜੀਆਂ ਤੋਂ ਬਾਅਦ ਗੱਲ ਪਹਿਰਾਂ ਦੀ ਆਉਂਦੀ ਹੈ। ਪਹਿਰਾਂ ਤੋਂ ਬਾਅਦ ਫਿਰ ਦਿਨ ਰਾਤ ਬਣੇ, ਫਿਰ ਮਹੀਨੇ ਬਣੇ, ਸਾਲ ਬਣੇ। ਸਾਲਾਂ ਤੋਂ ਬਾਅਦ ਫਿਰ ਸਦੀਆਂ ਦੀ ਗੱਲ ਤੇ ਫਿਰ ਯੁੱਗਾਂ ਦੀ ਗੱਲ। ਸੋ ਜਦੋਂ ਆਪਾਂ ਬਾਣੀ ਨੂੰ ਪੜਾਂਗੇ ਤੇ ਹਜੂਰ ਇਹ ਕਿਰਪਾ ਕਰਦੇ ਨੇ ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ। ਇਹ ਸਾਰਾ ਸੰਬੰਧ ਸਾਧ ਸੰਗਤ ਸੂਰਜ ਦੇ ਨਾਲ ਹੈ। ਰੁੱਤਾਂ ਬਦਲਦੀਆਂ ਨੇ,
दिन रात है, ਇਹਦਾ ਸੰਬੰਧ ਸੂਰਜ ਦੇ ਨਾਲ ਹੈ। ਸੋ ਮਹੀਨੇ ਜਿਹੜੇ ਹੋਂਦ ਵਿੱਚ ਆਏ, ਇਹਦਾ ਸੰਬੰਧ ਵੀ ਸੂਰਜ ਦੇ ਨਾਲ ਹੈ। ਸੂਰਜ ਇੱਕ ਰਾਸ ਤੋਂ ਦੂਜੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਉਹਦੇ ਨਾਲ ਮਹੀਨੇ ਹੋਂਦ ਵਿੱਚ ਆਉਂਦੇ ਨੇ। ਇਸੇ ਤਰ੍ਹਾਂ 6 ਰੁੱਤਾਂ ਜਿਹੜੀਆਂ ਨੇ ਉਹ ਮੰਨੀਆਂ ਜਾਂਦੀਆਂ ਨੇ। ਹਰ 2 ਮਹੀਨੇ ਬਾਅਦ ਜਿਹੜਾ ਮੌਸਮ ਹੈ ਉਹ ਬਦਲਦਾ ਰਹਿੰਦਾ ਹੈ। ਹੁਣ ਜਿਹੜਾ ਸਮਾਂ ਚੱਲ ਰਿਹਾ ਹੈ, ਇਹਨੂੰ ਬਸੰਤ ਦਾ ਸਮਾਂ ਜਿਹੜਾ ਹੈ ਮੰਨਿਆ ਜਾਂਦਾ ਹੈ। ਜਦੋਂ ਪਾਲਾ ਉੱਡ ਜਾਂਦਾ ਹੈ ਤੇ ਥੋੜਾ ਥੋੜਾ ਮੌਸਮ ਜਿਹੜਾ ਹੈ ਠੰਡਾ ਵੀ ਹੈ, ਨਾਲ ਗਰਮ ਵੀ ਹੈ, ਬੜਾ ਖੁਸ਼ਗਵਾਰ ਮੌਸਮ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸਮੇਂ ਦੀ ਵੰਡ ਨੂੰ ਲੈ ਕਰਕੇ, ਜਿੱਥੇ ਥਿੱਤਾਂ ਦੀ ਗੱਲ ਆਏਗੀ, ਵਾਰਾਂ ਦੀ ਗੱਲ ਆਏਗੀ, ਮਹੀਨਿਆਂ ਦੀ ਗੱਲ ਆਏਗੀ, ਚਾਹੇ ਯੁੱਗਾਂ ਦੀ ਗੱਲ ਹੋਵੇ, ਸਤਿਗੁਰੂ ਪਾਤਸ਼ਾਹ ਜੀ ਨੇ ਜਿਵੇਂ ਜਿਵੇਂ ਸਮੇਂ ਦੀ ਵੰਡ ਕੀਤੀ ਗਈ ਸੀ, ਉਸ ਵੰਡ ਨੂੰ ਲੈ ਕਰਕੇ ਗੁਰਮਤਿ ਦੇ ਉਪਦੇਸ਼ ਬਖਸ਼ਿਸ਼ ਕੀਤੇ ਨੇ। ਇਹ ਇੱਕ ਕਾਵ ਰਚਨਾ ਦਾ ਨਮੂਨਾ ਵੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਵਾਰਾਂ ਦੀ ਗੱਲ ਵੀ ਕੀਤੀ ਹੈ, ਪਹਿਰਾਂ ਦੀ ਗੱਲ ਵੀ ਕੀਤੀ ਹੈ। ਸਤਿਗੁਰੂ ਜੀ ਨੇ ਮਹੀਨਿਆਂ ਦੀ ਗੱਲ ਵੀ ਕੀਤੀ ਹੈ। ਜਦੋਂ ਯੁੱਗਾਂ ਦੀ ਗੱਲ ਆਏਗੀ, ਯੁੱਗਾਂ ਦੇ ਰਾਹੀਂ ਵੀ ਹਜ਼ੂਰ ਨੇ ਉਪਦੇਸ਼ ਕੀਤੇ ਨੇ। ਸੋ 12 ਮਾਹ ਇਹ ਪਾਵਨ ਬਾਣੀ ਜੋ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ, ਜੋ ਤੁਖਾਰੀ ਰਾਗ ਦੇ ਅੰਦਰ ਬਚਨ ਆਪਾਂ ਪੜ੍ਹਦੇ ਹਾਂ। ਉਸ ਤੋਂ ਬਾਅਦ 12 ਮਾਹ ਬਾਣੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤੀ, ਜੋ ਮਾਝ ਰਾਗ ਦੇ ਵਿੱਚ ਹੈ, ਜੋ ਜ਼ਿਆਦਾ ਪ੍ਰਚਲਿਤ ਹੋ ਗਈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਪਾਵਨ ਬਾਣੀ 133 ਰਾਗ ਅੰਗ ਤੋਂ ਆਰੰਭ ਹੁੰਦੀ ਹੈ ਮਾਝ ਰਾਗ ਦੇ ਅੰਦਰ। ਸੋ ਚੇਤ ਮਹੀਨਾ ਦੇਸੀ ਸੰਮਤ ਜਿਹੜਾ ਸਾਲ ਹੈ, ਇਹਦੀ ਆਰੰਭਤਾ ਚੇਤ ਤੋਂ ਹੁੰਦੀ ਹੈ। ਪਰ ਆਮ ਤੌਰ ਤੇ ਆਪਾਂ ਵੇਖਦੇ ਹਾਂ ਇਹ ਮਹੀਨਿਆਂ ਦੀ ਵਰਤੋਂ ਆਮ ਕੰਮਕਾਰ ਦੇ ਵਿੱਚ ਅਸੀਂ ਨਹੀਂ ਕਰਦੇ, ਕਿਉਂਕਿ ਅੱਜ ਕੱਲ ਬਹੁਤਾ ਜ਼ਿਆਦਾ ਜਿਹੜਾ ਪ੍ਰਭਾਵ ਹੈ ਉਹ ਈਸਵੀ ਕੈਲੰਡਰ ਦਾ ਸਾਡੇ ਤੇ ਪੈ ਚੁੱਕਾ ਹੈ। ਅਸੀਂ ਆਪਣੀਆਂ ਸਾਰੀਆਂ ਤਰੀਕਾਂ ਜਿਹੜੀਆਂ ਨੇ ਉਹਦੇ ਹਿਸਾਬ ਨਾਲ ਹੀ ਤੈਅ ਕਰਦੇ ਆ। ਪਰ ਪੁਰਾਣੇ ਬਜ਼ੁਰਗ ਜਿਹੜੇ ਸਨ, ਉਹਨਾਂ ਨੇ ਕੋਈ ਵੀ ਦਿਨ ਵਾਰ ਮਿਥਣਾ ਹੁੰਦਾ ਤੇ ਉਹ ਇਹਨਾਂ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਹੀ ਰੱਖਿਆ ਕਰਦੇ ਸਨ। ਪਰ ਅੱਜ ਦੇ ਬੱਚਿਆਂ ਨੂੰ ਇਹਨਾਂ ਦੇਸੀ ਮਹੀਨਿਆਂ ਦੇ ਨਾਮ ਹੀ ਚੇਤੇ ਨਹੀਂ ਹੋਣਗੇ। ਸੋ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਉਹ ਉਪਦੇਸ਼ ਗੁਰੂ ਸਾਹਿਬ ਜੀ ਦੇ ਤਾਂ ਹੀ ਸਮਝ ਪਾਵਾਂਗੇ ਜੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੇਤੇ ਕਰਾਂਗੇ। ਤਾਂ ਅਸੀਂ ਯਤਨ ਕਰਨਾ ਹੈ, ਭਾਵੇਂ ਇਹ ਤਰੀਕਾਂ ਦੀ ਵਰਤੋਂ ਅੱਜ ਬਹੁਤ ਘੱਟ ਹੁੰਦੀ ਦੇਸੀ ਮਹੀਨਿਆਂ ਦੀ, ਪਰ ਫਿਰ ਵੀ ਕੋਸ਼ਿਸ਼ ਅਸੀਂ ਜ਼ਰੂਰ ਕਰੀਏ ਕਿ ਜਦੋਂ ਵੀ ਅਸੀਂ ਕੋਈ ਦਿਨ ਤਿਉਹਾਰ ਮਿਥਦੇ ਹਾਂ, ਕੋਈ ਸਮਾਂ ਮਿਥਦੇ ਹਾਂ, ਜਿੱਥੇ ਅਸੀਂ ਅੰਗਰੇਜ਼ੀ ਮਹੀਨੇ ਦੀ ਤਰੀਕ ਦੱਸਦੇ ਹਾਂ ਕਿ ਇੰਨੀ ਤਰੀਕ ਨੂੰ ਫਲਾਣਾ ਕੰਮ ਅਸੀਂ ਕਰਨਾ ਹੈ, ਉੱਥੇ ਕੋਸ਼ਿਸ਼ ਅਸੀਂ ਕਰੀਏ ਨਾਲ ਇਹ ਦੇਸੀ ਮਹੀਨੇ ਦੀ ਤਰੀਕ ਵੀ ਪਾਈ ਜਾਏ, ਤਾਂ ਕਿ ਇਹ ਵੀ ਜਿਹੜਾ ਹੈ ਸਾਡੇ ਚੇਤੇ ਵਿੱਚ ਵਸਿਆ ਰਹੇ। ਤੋ ਖਾਸ ਕਰਕੇ ਬੱਚਿਆਂ ਨੂੰ ਵੀ ਅਸੀਂ ਜ਼ਰੂਰ ਇਹਨਾਂ ਮਹੀਨਿਆਂ ਦੇ ਨਾਮ ਯਾਦ ਕਰਵਾਈਏ। ਚੇਤ, ਵਿਸਾਖ, ਜੇਠ, ਹਾੜ, ਸੌਣ, ਭਾਦਰੋਂ, ਇਹ ਜਿਹੜੇ ਦੇਸੀ ਮਹੀਨੇ ਨੇ। ਸੋ ਇਹਨਾਂ ਮਹੀਨਿਆਂ ਦੇ ਨਾਮ ਸਤਿਗੁਰੂ ਨੇ ਇਸ 12ਵਾਂ ਬਾਣੀ ਦੇ ਵਿੱਚ ਵਰਤੇ ਨੇ। ਚੇਤ ਦਾ ਸਾਧ ਸੰਗਤ ਆਪਾਂ ਆਮ ਅਖਰੀ ਅਰਥ ਜਿਹੜਾ ਕਰਦੇ ਹਾਂ, ਚੇਤੇ ਕਰਨਾ, ਯਾਦ ਕਰਨਾ। ਤੋ ਹਜੂਰ ਸੱਚੇ ਪਾਤਸ਼ਾਹ ਜੀ ਇਸ 12ਵਾਂ ਬਾਣੀ ਦੇ ਅੰਦਰ
ਚੇਤ ਦੇ ਮਹੀਨੇ ਰਾਹੀਂ ਪਰਮੇਸ਼ਰ ਦੀ ਬੰਦਗੀ ਕਰਨ ਦੀ ਤਾਕੀਦ ਕਰਦੇ ਨੇ। ਪਰ ਉਸ ਤੋਂ ਪਹਿਲਾਂ ਇੱਕ ਸ਼ਬਦ ਹਜ਼ੂਰ ਨੇ ਹੋਰ ਉਚਾਰਿਆ, ਜਿਸ ਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ ਗਈ, ਇੱਕ ਅਰਦਾਸ ਕੀਤੀ ਗਈ, ਇੱਕ ਤਰਲਾ ਲਿਆ ਬੜੇ ਨਿਮਾਣੇ ਬਣ ਕੇ। ਤੋ ਆਓ ਆਪਾਂ ਪਹਿਲਾਂ ਉਹ ਸ਼ਬਦ ਵੀ ਸਾਂਝਾ ਕਰਾਂਗੇ। 12 ਮਹਾ ਮਾਂਝ ਮਹਿਲਾ ਪੰਜਵਾਂ ਘਰ ਚੌਥਾ, ਇੱਕ ਓੰਕਾਰ ਸਤ ਗੁਰ ਪ੍ਰਸਾਦ। 12 ਮਹੀਨਿਆਂ ਦੇ ਨਾਮ ਜਿਹੜੇ ਨੇ ਉਹਨਾਂ ਦੀ ਵਰਤੋਂ ਕਰਕੇ ਇਹ ਜੋ ਵਿਸ਼ੇਸ਼ ਬਾਣੀ ਸਤਿਗੁਰੂ ਨੇ ਉਚਾਰਨ ਕੀਤੀ ਹੈ, ਇਹਦਾ ਨਾਮ ਹੈ 12 ਮਾਹਾ ਮਾਂਝ। ਮਾਂਝ ਰਾਗ ਦਾ ਨਾਮ ਹੈ। ਪੰਚਮ ਪਾਤਸ਼ਾਹ ਦੀ ਬਾਣੀ ਅਤੇ ਸੰਗੀਤਕ ਪੱਖ ਤੋਂ ਚੌਥੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਸੱਚੇ ਪਾਤਸ਼ਾਹ ਨੇ ਕੀਤੀ ਹੈ। ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹ ਦਿਸ਼ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਇਸ ਪਾਵਨ ਸ਼ਬਦ ਦੇ ਅੰਦਰ ਇੱਕ ਤਰਲਾ ਲਿਆ, ਇੱਕ ਬੇਨਤੀ ਕੀਤੀ, ਆਖਿਆ ਹੈ ਪ੍ਰਭੂ ਸਾਡੇ ਤੇ ਕਿਰਪਾ ਕਰ, ਅਸੀਂ ਆਪਣੇ ਕੀਤੇ ਕਰਮਾਂ ਕਰਕੇ ਸਾਡੀ ਕਮਾਈ ਇਹੋ ਜਿਹੀ ਹੈ, ਸਾਡੇ ਕਰਮ ਇਹੋ ਜਿਹੇ ਨੇ, ਅਸੀਂ ਤੈਨੂੰ ਵਿਸਾਰ ਚੁੱਕੇ ਹਾਂ, ਅਸੀਂ ਤੈਨੂੰ ਭੁੱਲ ਚੁੱਕੇ ਹਾਂ। ਤੇ ਸਾਧ ਸੰਗ ਸੰਸਾਰ ਦੇ ਅੰਦਰ ਜਦੋਂ ਜੀਵ ਆਉਂਦਾ ਹੈ ਨਾ, ਉਦੋਂ ਮਾਇਆ ਦਾ ਅਮਰ ਜਿਹੜਾ ਹੈ ਸ਼ੁਰੂ ਹੋ ਜਾਂਦਾ, ਵਰਤਣ ਲੱਗ ਪੈਂਦਾ ਹੈ। ਤੇ ਮਾਇਆ ਦੀਆਂ ਇੰਨੀਆਂ ਖੇਡਾਂ ਹਨ, ਉਹਦੇ ਵਿੱਚ ਜੀਵ ਇਹੋ ਜਿਹਾ ਫਸ ਜਾਂਦਾ ਏ, ਇਹਨੂੰ ਰੱਬ ਚੇਤੇ ਹੀ ਨਹੀਂ ਰਹਿੰਦਾ, ਪਰਮੇਸ਼ਰ ਭੁੱਲ ਜਾਂਦਾ ਹੈ। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਜਿਨ੍ਹਾਂ ਨੂੰ ਖਸਮ ਭੁੱਲਿਆ ਹੋਇਆ ਹੈ ਨਾ, ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਚੇਤੇ ਨਹੀਂ, ਉਹਨਾਂ ਦੇ ਬਾਰੇ ਆਪਾਂ ਬਚਨ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਉਹ ਮਨੁੱਖ ਤੇ ਬਹੁਤ ਭੈੜੀ ਜਾਤ ਵਾਲੇ ਹਨ, ਖਸਮ ਵਿਸਾਰੇ ਤੇ ਕਮ ਜਾਤ, ਨਾਨਕ ਨਾਵੇਂ ਬਾਝ ਸਨਾਤ। ਕਹਿੰਦੇ ਬੜੀ ਨੀਵੀਂ ਜਾਤ ਵਾਲੇ ਨੇ, ਬੜੇ ਭੈੜੇ ਲੋਕ ਨੇ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਵਿਸਰਿਆ ਹੋਇਆ ਹੈ। ਤੇ ਇੱਕ ਗੱਲ ਦਾ ਖਿਆਲ ਹੋਰ ਕਰਿਓ, ਜਿਸ ਮਨੁੱਖ ਨੂੰ ਮਾਇਆ ਦੇ ਮੋਹ ਵਿੱਚ ਪੈ ਕੇ ਖਸਮ ਵਿਸਰ ਜਾਏ, ਪਰਮੇਸ਼ਰ ਭੁੱਲ ਜਾਏ, ਉਹ ਮਨੁੱਖ ਫਿਰ ਪਾਪ ਦੀ ਦੁਨੀਆ ਦੇ ਵਿੱਚ ਗਰਕ ਹੋ ਜਾਂਦਾ ਏ। ਆਪਾਂ ਰੋਜ਼ ਹੀ ਜਪ ਬਾਣੀ ਵਿੱਚ ਪੜ੍ਹਦੇ ਹਾਂ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ। ਇਹ ਹੁਣ ਜਿੰਨੇ ਵੀ ਕਰਮ ਆਪਾਂ ਗਿਣੇ ਨੇ, ਇਹ ਕਰਮ ਕਰਨ ਵਾਲਿਆਂ ਨੂੰ ਪਰਮੇਸ਼ਰ ਚੇਤੇ ਨਹੀਂ, ਵਿਸਰਿਆ ਹੋਇਆ ਹੈ। ਸਾਧ ਸੰਗਤ ਚੋਰੀ ਕਰਨ ਵਾਲਾ, ਉਹਨੂੰ ਰੱਬ ਭੁੱਲਿਆ ਹੁੰਦਾ ਹੈ। ਪਤਾ ਨਹੀਂ ਕਿਸੇ ਨੇ ਕਿਵੇਂ ਦਿਨ ਰਾਤ ਇੱਕ ਕਰਕੇ, ਮਿਹਨਤ ਮਸ਼ੱਕਤ ਕਰਕੇ, ਖੂਨ ਪਸੀਨਾ ਇੱਕ ਕਰਕੇ, ਮਾਇਆ ਜੋੜ ਕੇ ਕੋਈ ਚੀਜ਼ ਖਰੀਦੀ ਤੇ ਚੋਰ ਚੋਰੀ ਕਰਕੇ ਲੈ ਗਿਆ। ਸਾਧ ਸੰਗਤ ਜਿਸ ਬੰਦੇ ਨੇ ਮਿਹਨਤ ਕਰਕੇ ਕੋਈ ਚੀਜ਼ ਲਿਆਂਦੀ ਸੀ, ਉਹਦੀ ਜਦੋਂ ਚੀਜ਼ ਚੋਰੀ ਹੋ ਜਾਵੇ, ਉਹਨੂੰ ਪੁੱਛ ਕੇ ਵੇਖੋ ਕਿੰਨਾ ਦੁਖੀ ਹੁੰਦਾ ਹੈ। ਤੇ ਚੋਰ ਦੇ ਅੰਦਰ ਬਿਲਕੁਲ ਵੀ ਇਹ ਖੌਫ ਨਹੀਂ ਕਿ ਮੈਂ ਇਹ ਬਹੁਤ ਵੱਡਾ ਗੁਨਾਹ ਕਰਨ ਜਾ ਰਿਹਾ, ਜਿਹੜਾ ਬੜਾ ਵੱਡਾ ਗੁਨਾਹ ਹੈ, ਨਾ ਬਖਸ਼ਣਯੋਗ ਹੈ। ਉਹਨੇ ਬੇਖੌਫ ਹੋ ਕੇ ਕੰਮ ਕੀਤਾ। ਕਿਸੇ ਦਾ ਗਲ ਵੱਢ ਦੇਣਾ,
ਕਿਸੇ ਦੀ ਹੱਤਿਆ ਕਰ ਦੇਣੀ, ਹਰਾਮਖੋਰੀ ਕਰਨੀ, ਪਰਾਇਆ ਮਾਲ ਹੜੱਪ ਕਰੀ ਜਾਣਾ, ਨਿੰਦਿਆ ਚੁਗਲੀ ਵਿੱਚ ਲੱਗੇ ਰਹਿਣਾ, ਇਹ ਕੰਮ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਖਸਮ ਵਿਸਰਿਆ ਹੋਇਆ ਹੈ, ਜਿਨ੍ਹਾਂ ਦੇ ਮਨ ਨੇ ਕੋਈ ਮੱਤ ਧਾਰਨ ਕਰ ਲਈ ਹੈ। ਤੇ ਸਤਿਗੁਰੂ ਕਹਿੰਦੇ ਐਸੇ ਲੋਕਾਂ ਦਾ ਅੰਤ ਜਿਹੜਾ ਹੈ ਨਾ ਉਹ ਬੜਾ ਮਾੜਾ ਹੁੰਦਾ ਹੈ। ਤੇ ਜਦੋਂ ਜਗਿਆਸੂ ਨੂੰ ਸਮਝ ਪੈ ਗਈ ਨਾ, ਇਹ ਸਮਝ ਆ ਗਈ, ਸੋਝੀ ਆ ਗਈ ਕਿ ਮੈਂ ਤੇ ਬਹੁਤ ਮੰਦੇ ਕਰਮਾਂ ਵਿੱਚ ਲੱਗਿਆ ਹੋਇਆ, ਮੇਰੇ ਕਰਮ ਚੰਗੇ ਨਹੀਂ, ਮਾਇਆ ਦੇ ਮੋਹ ਵਿੱਚ ਪੈ ਕੇ ਮੈਂ ਪਰਮੇਸ਼ਰ ਨੂੰ ਵਿਸਾਰ ਕੇ ਮੰਦੇ ਕਰਮਾਂ ਵਿੱਚ ਲੱਗਾ ਹੋਇਆ। ਫਿਰ ਜਗਿਆਸੂ ਤਰਲਾ ਲੈ ਕੇ ਬੇਨਤੀ ਕਰਦਾ ਏ, ਕਿਰਤ ਕਰਮ ਕੇ ਵਿਛੁੜੇ, ਸਾਡੇ ਕਰਮ ਇਹੋ ਜਿਹੇ ਨੇ ਵਾਹਿਗੁਰੂ, ਅਸੀਂ ਤੈਨੂੰ ਵਿਸਾਰ ਕੇ ਮੰਦੇ ਕਰਮਾਂ ਵਿੱਚ ਲੱਗੇ ਹੋਏ ਆ, ਤੂੰ ਆਪ ਕਿਰਪਾ ਕਰ, ਹੁਣ ਕਰ ਕਿਰਪਾ ਮੇਲੋ ਰਾਮ, ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈ। ਚਾਰ ਕੁੰਟ ਦਾ ਦਿਸ਼ ਭ੍ਰਮੇ, ਥੱਕ ਆਏ ਪ੍ਰਭ ਕੀ ਸਾਮ। ਕਹਿੰਦੇ ਮਾਇਆ ਦੇ ਮੋਹ ਵਿੱਚ ਪੈ ਕੇ ਬੰਦਾ ਸੁੱਖਾਂ ਦੀ ਖਾਤਰ ਭਟਕਦਾ ਹੈ, ਤੇ ਭਟਕਦਿਆਂ ਹੋਇਆਂ ਆਖਰ ਥੱਕ ਕੇ ਹਾਰ ਕੇ ਡਿੱਗ ਪੈਂਦਾ ਹੈ। ਕਹਿੰਦੇ ਅਸੀਂ ਵੀ ਥੱਕ ਚੁੱਕੇ ਆ, ਹਾਰ ਚੁੱਕੇ ਆ, ਵਾਹਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਏ ਆ, ਬੜਾ ਭਟਕੇ ਆ, ਪਰ ਸੁੱਖ ਨਹੀਂ ਮਿਲਿਆ ਕਿਤੇ ਵੀ, ਸਾਡੀ ਭਟਕਣਾ ਨਹੀਂ ਮੁੱਕੀ, ਸਾਡੀ ਹਾਲਤ ਉਸ ਗਾਂ ਵਰਗੀ ਬਣ ਚੁੱਕੀ ਹੈ ਜਿਹੜੀ ਦੁੱਧੋਂ ਟਲੀ ਹੋਵੇ ਤੇ ਉਹਨੂੰ ਕੋਈ ਵੀ ਸਾਂਭਦਾ ਨਹੀਂ। ਸਾਡਾ ਵੀ ਜੀਵਨ ਉਸ ਤਰ੍ਹਾਂ ਦਾ ਬਣ ਚੁੱਕਾ ਹੈ। ਤੇਣ ਦੁੱਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਤੇਣ ਕਹਿੰਦੇ ਨੇ ਗਾਂ ਨੂੰ, ਕਹਿੰਦੇ ਦੁੱਧ ਨਾ ਦੇਵੇ ਤੇ ਕੋਈ ਵੀ ਉਹਨੂੰ ਕਿੱਲੇ ਤੇ ਬੰਨ ਕੇ ਖਲ ਵੜੇਵਾ ਨਹੀਂ ਪਾਉਂਦਾ। ਦੁੱਧੋਂ ਟਲੀ ਹੋਈ ਗਾਂ ਨੂੰ, ਜਾਂ ਜਿਹਦੇ ਦੁਬਾਰਾ ਸੂਣ ਦੀ ਆਸ ਨਾ ਹੋਵੇ, ਫੰਡਰ ਗਾਂ ਹੋਵੇ, ਉਹਨੂੰ ਲੋਕ ਰੱਸਾ ਲਾ ਦਿੰਦੇ ਨੇ, ਉਹ ਵਾਰਾ ਘੁੰਮਦੀ ਹੈ, ਕੋਈ ਉਹਦਾ ਸਾਈਂ ਖਸਮ ਨਹੀਂ ਹੁੰਦਾ, ਉਹਦੀ ਕੋਈ ਸਾਂਭ ਸੰਭਾਲ ਨਹੀਂ ਹੈ। ਕਹਿੰਦੇ ਸਾਡੀ ਵੀ ਹਾਲਤ ਇਸ ਤਰ੍ਹਾਂ ਦੀ ਬਣ ਚੁੱਕੀ ਹੈ, ਸਾਡੇ ਵੀ ਜੀਵਨ ਦੇ ਵਿੱਚ ਕੋਈ ਵੀ ਸ਼ੁਭ ਗੁਣ ਨਹੀਂ ਰਿਹਾ, ਔਗਣਾਂ ਨਾਲ ਭਰੇ ਹੋਏ ਅਸੀਂ ਵੀ। ਫਿਰ ਨਾਲ ਹੋਰ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ ਸਮਝਾਉਣ ਦੇ ਲਈ। ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਕਹਿੰਦੇ ਜਿਵੇਂ ਖੇਤੀ, ਉਹਨੂੰ ਸਮੇਂ ਸਿਰ ਪਾਣੀ ਨਾ ਮਿਲੇ, ਉਹ ਫਸਲ ਸੁੱਕ ਜਾਂਦੀ ਹੈ, ਤੇ ਸਾਧ ਸੰਗਤ ਸੁੱਕੀ ਹੋਈ ਸੜੀ ਹੋਈ ਫਸਲ ਦੇ ਵਿੱਚੋਂ ਕੋਈ ਪੈਦਾਵਾਰ ਨਹੀਂ ਨਿਕਲਦੀ। ਸਮੇਂ ਸਿਰ ਪਾਣੀ ਨਾ ਲੱਗੇ ਤੇ ਕੋਈ ਵੀ ਫਸਲ ਜਿਹੜੀ ਹੈ ਉਹ ਚੰਗੀ ਪੈਦਾਵਾਰ ਨਹੀਂ ਦੇ ਸਕਦੀ। ਤੇ ਕਈ ਵਾਰ ਆਪਾਂ ਵੇਖਦੇ ਆ, ਜੇ ਫਸਲ ਚੰਗੀ ਨਾ ਹੋਵੇ, ਜਿਹਦੇ ਤੋਂ ਚੰਗੀ ਪੈਦਾਵਾਰ ਦੀ ਆਸ ਨਾ ਹੋਵੇ, ਜ਼ਿਮੀਂਦਾਰ ਕੀ ਕਰਦਾ ਹੈ, ਉਹਨੂੰ ਜ਼ਮੀਨ ਦੇ ਵਿੱਚ ਹੀ ਵਾਹ ਦਿੰਦਾ ਹੈ, ਕਹਿੰਦਾ ਇਹਦੇ ਵਿੱਚੋਂ ਨਿਕਲਣਾ ਨਹੀਂ ਕੱਖ, ਐਵੇਂ ਮਿਹਨਤ ਕਰਾਂਗੇ। ਕਹਿੰਦੇ ਜਿਵੇਂ ਉੱਥੋਂ ਕੋਈ ਪੈਦਾਵਾਰ ਨਹੀਂ ਹੁੰਦੀ, ਜਿਹੜੀ ਫਸਲ ਪਾਣੀ ਬਗੈਰ ਸੁੱਕ ਜਾਏ, ਇਸੇ ਤਰ੍ਹਾਂ ਪ੍ਰਭੂ ਜੀਓ ਤੁਹਾਨੂੰ ਵਿਸਾਰ ਕੇ ਸਾਡੀ ਜ਼ਿੰਦਗੀ ਵਿੱਚ ਸੁੱਖ ਆਰਾਮ ਕਿਵੇਂ ਆ ਸਕਦਾ ਹੈ। ਹਰ ਨਹਾ ਨਾ ਮਿਲੀਐ ਸਾਜਨੈ, ਕਤ ਪਾਈਐ ਵਿਸਰਾਮ। ਵਿਸਰਾਮ ਕਹਿੰਦੇ ਟਿਕਾ ਵਾਲੀ ਅਵਸਥਾ, ਬਿਲਕੁਲ ਬੰਦਾ ਅਡੋਲ ਹੋ ਕੇ ਨਿਸ਼ਚਿੰਤ ਹੋ ਕੇ ਜ਼ਿੰਦਗੀ ਵਿੱਚ ਬੈਠਾ ਹੋਇਆ ਹੈ। ਕਹਿੰਦੇ ਜੇ ਖਸਮ ਵਾਹਿਗੁਰੂ ਚੇਤੇ ਨਹੀਂ ਤਾਂ ਸਾਡੀ ਹਾਲਤ ਉਸ ਫੰਡਰ ਗਾਂ ਵਰਗੀ ਹੈ, ਜਿਹੜੀ ਮਾਲਕ ਨੇ ਰੱਖੀ ਨਹੀਂ, ਜਿਹਦਾ ਰੱਸਾ ਲਾ ਦਿੱਤਾ ਹੈ, ਉਹ ਦਰ ਦਰ ਤੇ ਤੁਰੀ ਫਿਰਦੀ ਹੈ, ਡੰਡੇ ਪੈਂਦੇ ਨੇ ਉਹਨੂੰ। ਸਾਡੀ ਹਾਲਤ ਉਸ ਖੇਤੀ ਵਰਗੀ ਹੋ ਗਈ, ਪਾਣੀ ਨਾ ਮਿਲਣ ਕਰਕੇ ਜਿਹਦੇ ਵਿੱਚੋਂ ਕੋਈ ਵੀ ਪੈਦਾਵਾਰ ਨਹੀਂ ਹੋ ਰਹੀ।
ਸਾਡਾ ਜੀਵਨ ਜਿਹੜਾ ਹੈ ਉਹ ਵੀ ਬਿਲਕੁਲ ਵਿਅਰਥ ਹੀ ਜਾ ਰਿਹਾ ਹੈ। ਕਹਿੰਦੇ ਜੇ ਖਸਮ ਵਾਹਿਗੁਰੂ ਨਾ ਮਿਲੇ ਤੇ ਇਸ ਜੀਵ ਨੂੰ ਚੈਨ ਕਿਵੇਂ ਆਵੇ। ਜਿਤ ਘਰ ਹਰ ਕੰਤ ਨ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਕਹਿੰਦੇ ਜਿਵੇਂ ਭੱਠੀ ਤੁਸੀਂ ਵੇਖਿਆ ਹੋਵੇਗਾ ਤਪਦੀ ਹੈ ਨਾ, ਇਸ ਤਰ੍ਹਾਂ ਭੱਠੀ ਤਪ ਰਹੀ ਹੈ। ਕਹਿੰਦੇ ਇਹ ਸਰੀਰ ਰੂਪੀ ਨਗਰ, ਇਹ ਗ੍ਰਾਮ, ਇਹ ਵੀ ਤਪਦਾ ਹੈ ਭੱਠੀ ਦੀ ਤਰ੍ਹਾਂ। ਕਿਹੜਾ? ਕਹਿੰਦੇ ਜਿਸ ਸਰੀਰ ਰੂਪੀ ਘਰ ਦੇ ਅੰਦਰ ਵਾਹਿਗੁਰੂ ਪਤੀ ਨਹੀਂ ਵਸਦਾ। ਕਹਿੰਦੇ ਸਰੀਰ ਤਪੇ ਹੋਏ ਨੇ, ਖਪੇ ਹੋਏ ਨੇ। ਇਸੇ ਕਰਕੇ ਆਪਾਂ ਵੇਖਦੇ ਆ ਅੱਜ ਕੱਲ ਇੱਕ ਚੀਜ਼ ਤੁਸੀਂ ਬਹੁਤ ਨੋਟ ਕਰੋਗੇ, ਬੰਦੇ ਅੰਦਰ ਕਲਪਨਾ ਬੜੀ ਵੱਧ ਗਈ ਹੈ। ਹਰ ਇੱਕ ਬੰਦਾ ਕਲਪਿਆ ਹੋਇਆ ਹੈ। ਜਿਹਨੂੰ ਵੀ ਤੁਸੀਂ ਮਾੜਾ ਜਿਹਾ ਬੁਲਾਓ, ਗੱਲਬਾਤ ਕਰੋ, ਉਹ ਤਪਿਆ ਹੋਇਆ ਤੇ ਖਪਿਆ ਹੋਇਆ ਤੁਹਾਨੂੰ ਨਜ਼ਰ ਆਏਗਾ। ਤੇ ਬਾਣੀ ਦਾ ਬੜਾ ਪਿਆਰਾ ਫੈਸਲਾ ਹੈ। ਹਜ਼ੂਰ ਕਹਿੰਦੇ ਤੂੰ ਆ ਸਤਿਗੁਰਾਂ ਦੇ ਚਰਨਾਂ ਵਿੱਚ, ਗੁਰੂ ਦੇ ਕੋਲ। ਗੁਰੂ ਸ਼ੀਤਲਤਾ ਦਾ ਠੰਡਕ ਦਾ ਘਰ ਹੈ। ਗੁਰ ਦਾਤਾ ਗੁਰ ਹਿਵੈ ਘਰ। ਤੂੰ ਗੁਰੂ ਦੇ ਕੋਲੋਂ ਆ ਕੇ ਸ਼ੀਤਲਤਾ ਲੈ। ਗੁਰੂ ਬਰਫ਼ ਦਾ ਘਰ ਹੈ। ਗੁਰੂ ਦੀ ਦੇ ਅੰਮ੍ਰਿਤ ਦੀ ਭਿੱਜੀ ਹੋਈ ਹੈ। ਤੂੰ ਸਤਿਗੁਰਾਂ ਦੇ ਚਰਨਾਂ ਵਿੱਚ ਆ, ਤੇਰੇ ਤੇ ਗੁਰੂ ਅੰਮ੍ਰਿਤ ਛਿੜਕ ਦੇਵੇਗਾ। ਤੇਰੇ ਜੀਵਨ ਵਿੱਚ ਵੀ ਠੰਡਕ ਆ ਜਾਏਗੀ, ਖੇੜਾ ਆ ਜਾਏਗਾ। ਪਰ ਮੁਆਫ ਕਰਿਓ, ਅਸੀਂ ਗੁਰੂ ਕੋਲ ਆ ਕੇ ਵੀ ਇਹ ਦਾਤ ਪ੍ਰਾਪਤ ਹੀ ਨਹੀਂ ਕਰ ਪਾਉਂਦੇ। ਹਿਵੈ ਘਰ ਦੇ ਕੋਲ ਆ ਕੇ ਵੀ ਅਸੀਂ ਉਸ ਸੁੱਖ ਨੂੰ ਮਾਣ ਨਹੀਂ ਸਕਦੇ। ਸਾਡੇ ਅੰਦਰ ਇੰਨਾ ਜ਼ਿਆਦਾ ਹਉਮੈ ਤੇ ਹੰਕਾਰ ਭਰਿਆ ਹੋਇਆ, ਅਸੀਂ ਗੁਰੂ ਅੱਗੇ ਆ ਕੇ ਝੁਕਦੇ ਨਹੀਂ। ਇਹ ਤਰਲਾ ਨਹੀਂ ਲੈਂਦੇ, ਸਤਿਗੁਰੂ ਸਾਡੇ ਤੇ ਵੀ ਉਸ ਨਾਮ ਅੰਮ੍ਰਿਤ ਦੀ ਵਰਖਾ ਕਰ। ਜਿਵੇਂ ਸਮੁੰਦਰ ਦੇ ਕੰਢੇ ਤੇ ਬਹਿ ਕੇ ਵੀ ਕੋਈ ਪਿਆਸਾ ਮਰ ਜਾਏ ਤੇ ਫਿਰ ਸਮੁੰਦਰ ਨੂੰ ਦੋਸ਼ ਨਹੀਂ ਦੇ ਸਕਦੇ ਅਸੀਂ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਗੁਰੂ ਸਮਰੱਥ ਹੈ, ਤਪਦਿਆਂ ਹਿਰਦਿਆਂ ਨੂੰ ਬਾਣੀ ਅੱਜ ਵੀ ਠਾਰਦੀ ਹੈ। ਇਹ ਗੱਲ ਵੱਖਰੀ ਹੈ। ਜੇ ਸਿੱਖ ਹੀ ਭੁੱਲੜ ਹੋਣ ਤੇ ਫਿਰ ਗੁਰੂ ਦਾ ਕੀ ਦੋਸ਼ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜੋ ਬਾਂਸ ਬਜਾਈਏ ਫੂਕ। ਕਹਿੰਦੇ ਸਾਡਾ ਸਰੀਰ ਵੀ ਜਿਹੜਾ ਏ, ਘਰ ਜਿਹੜਾ ਤਪਿਆ ਹੋਇਆ ਭੱਠੀ ਦੀ ਵਾਂਗ, ਹਰ ਇੱਕ ਬੰਦਾ ਤਪਿਆ ਹੋਇਆ ਖਪਿਆ ਹੋਇਆ। ਭਾਵੇਂ 에ਅਰ ਕੰਡੀਸ਼ਨ ਕਮਰੇ ਵਿੱਚ ਹੀ ਬੈਠਾ ਹੋਇਆ ਹੈ, ਫਿਰ ਵੀ ਬੰਦਾ ਸੇਕ ਮਾਰਦਾ, ਤਪਿਆ ਹੋਇਆ ਹੈ। ਆਫਿਸ ਦੇ ਵਿੱਚੋਂ, ਦਫ਼ਤਰ ਦੇ ਵਿੱਚੋਂ ਜਦੋਂ ਕੋਈ ਬੰਦਾ ਬਾਹਰ ਆਉਂਦਾ ਹੈ ਤੇ ਬਾਹਰ ਖੜੇ ਹੋਏ ਲੋਕ ਪੁੱਛਦੇ ਨੇ, ਅੰਦਰ ਸਾਹਿਬ ਬੈਠੇ ਨੇ, ਕੰਮ ਸੀ। ਉਹ ਕਹਿੰਦਾ ਅੱਜ ਨਾ ਜਾਇਓ, ਅੱਜ ਕੋਈ ਕੰਮ ਨਾ ਕਹਿ ਦਿਓ, ਸਾਹਿਬ ਬੜੇ ਖਪੇ ਹੋਏ ਨੇ, ਤਪੇ ਹੋਏ ਨੇ, ਬੜੇ ਗੁੱਸੇ ਵਿੱਚ ਨੇ, ਅੱਜ ਤੁਹਾਡਾ ਕੰਮ ਨਹੀਂ ਕਰਨਾ ਉਹਨਾਂ ਨੇ, ਅੱਜ ਬੜੇ ਗੁੱਸੇ ਵਿੱਚ ਨੇ, ਅੱਜ ਬੜੇ ਤਪੇ ਹੋਏ ਨੇ, ਖਪੇ ਹੋਏ ਨੇ। ਤੇ ਸਾਧ ਸੰਗਤ ਕਈਆਂ ਦੀ ਸਾਰੀ ਜ਼ਿੰਦਗੀ ਐਵੇਂ ਲੰਘ ਜਾਂਦੀ ਹੈ, ਤਪਦਿਆਂ ਦੀ, ਖਪਦਿਆਂ ਦੀ। ਤੇ ਬਾਣੀ ਨੇ ਫੈਸਲਾ ਦੇ ਦਿੱਤਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਕਹਿੰਦੇ ਉਹਨਾਂ ਦੀ ਜ਼ਿੰਦਗੀ ਵਿੱਚ ਤਪਣਾ ਤੇ ਖਪਣਾ ਕਦੇ ਖਤਮ ਨਹੀਂ ਹੋ ਸਕਦਾ। ਜਿਨ੍ਹਾਂ ਨੂੰ ਵਾਹਿਗੁਰੂ ਖਸਮ ਵਿਸਰਿਆ ਹੋਇਆ ਹੈ ਤੇ ਬੇਨਤੀ ਕਰਦੇ ਨੇ, ਸਰਬ ਸ਼ਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਕਹਿੰਦੇ ਕੀਤੇ ਹੋਏ ਸਾਰੇ ਧਰਮ ਕਰਮ ਬਿਲਕੁਲ ਵਿਅਰਥ ਨੇ। ਵਿਖਾਵੇ ਦੇ ਜਿੰਨੇ ਮਰਜ਼ੀ ਕਰਮ ਕਰੀ ਜਾਈਏ, ਜੇ ਅੰਦਰ ਵਾਹਿਗੁਰੂ ਦੀ ਯਾਦ ਨਹੀਂ ਵਸੀ, ਜਿਸ ਜੀਵ ਰੂਪ ਇਸਤਰੀ ਦੇ ਅੰਦਰ ਖਸਮ ਪ੍ਰਭੂ ਦਾ ਚੇਤਾ ਨਹੀਂ ਹੈ, ਜਿੰਨੇ ਮਰਜ਼ੀ ਬਾਹਰੋਂ ਵਿਖਾਵੇ ਦੇ ਕਰਮ ਕਰੇ। ਜਿਵੇਂ ਦੁਨਿਆਵੀ ਤੌਰ ਤੇ ਕਿਸੇ ਪਤਨੀ ਨੂੰ ਪਤੀ ਦਾ ਚੇਤਾ ਹੀ ਨਹੀਂ ਹੈ, ਉਹਨੂੰ ਛੱਡ ਕੇ ਬੈਠੀ ਹੋਈ ਹੈ।
ਤੇ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰੀ ਜਾਏ, ਕਿਸੇ ਕੰਮ ਨਹੀਂ ਉਹਦੇ। ਫਿਰ ਬੇਨਤੀ ਕਰਦੇ ਨੇ, ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਕਹਿੰਦੇ ਸੁਆਮੀ ਕੰਤ ਤੋਂ ਵਿਛੜੀ ਹੋਈ ਜੀਵ ਰੂਪ ਇਸਤਰੀ ਨੂੰ ਸਾਰੇ ਵਿਕਾਰ ਜੰਮ ਬਣ ਕੇ ਚਿੰਬੜ ਜਾਂਦੇ ਨੇ। ਹਰ ਇੱਕ ਸ਼ੈ ਤੋਂ ਉਹਨੂੰ ਡਰ ਆਉਂਦਾ ਹੈ, ਬੜੇ ਭਿਆਨਕ ਜ਼ਿੰਦਗੀ ਵਾਲੀ ਬਣ ਜਾਂਦੀ ਹੈ, ਭੈ ਭੀਤ ਹੁੰਦੀ ਹੈ। ਪਰ ਜੇ ਪਤੀ ਕੋਲ ਹੋਵੇ, ਪਰ ਜੇ ਪਤੀ ਕੋਲ ਹੋਵੇ, ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਬੇਨਤੀ ਕੀਤੀ, ਹੈ ਪ੍ਰਭੂ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦਿਓ ਤੇ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੋੜੋ ਜਿਹਦਾ ਧਾਮ ਨਿਹਚਲ ਹੈ, ਅਡੋਲ ਹੈ। ਅੱਗੇ ਚੇਤ ਦਾ ਮਹੀਨਾ ਸਾਧ ਸੰਗਤ ਆਰੰਭ ਹੁੰਦਾ ਏ ਤੇ ਸਤਿਗੁਰੂ ਜੀ ਇੱਥੇ ਆਨੰਦ ਦੀ ਜੁਗਤੀ ਸਮਝਾਉਂਦੇ ਨੇ, ਜ਼ਿੰਦਗੀ ਵਿੱਚ ਆਨੰਦ ਕਿਵੇਂ ਆਵੇ। ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਘਣਾ। ਕਹਿੰਦੇ ਤੇਰੀ ਜ਼ਿੰਦਗੀ ਵਿੱਚ ਘਣਾ ਆਨੰਦ, ਬਹੁਤ ਜ਼ਿਆਦਾ ਆਨੰਦ ਆਏਗਾ ਜੇ ਤੂੰ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ ਜਾਵੇਂ। ਤੇ ਸਾਧ ਸੰਗਤ ਇਹ ਏਡਾ ਵਿਸ਼ਵਾਸ, ਏਡਾ ਭਰੋਸਾ ਗੁਰੂ ਸਾਹਿਬ ਜੀ ਦੇ ਰਹੇ ਨੇ ਸਾਨੂੰ, ਗਰੰਟੀ ਲੈ ਰਹੇ ਇਸ ਗੱਲ ਦੀ। ਪਰ ਸਾਨੂੰ ਗੁਰੂ ਦਾ ਇਹ ਬਚਨ, ਇਹਦੇ ਤੇ ਭਰੋਸਾ ਹੀ ਨਹੀਂ ਵੱਜ ਰਿਹਾ। ਇਸ ਕਰਕੇ ਅਸੀਂ ਪਖੰਡੀਆਂ ਦੇ ਕੋਲ ਜਾ ਜਾ ਕੇ ਪੁੱਛਦੇ ਹਾਂ ਕਿ ਦੱਸੋ ਜੀ ਜ਼ਿੰਦਗੀ ਵਿੱਚ ਸੁੱਖ ਤੇ ਆਨੰਦ ਕਿਵੇਂ ਆਵੇ, ਕੀ ਕਰੀਏ ਜ਼ਿੰਦਗੀ ਵਿੱਚ ਸੁੱਖ ਆਨੰਦ ਆ ਜਾਏ। ਤੇ ਪਖੰਡੀ ਲੋਕ ਤੁਹਾਡਾ ਸ਼ੋਸ਼ਣ ਕਰਦੇ ਨੇ। ਉਹ ਕਹਿੰਦੇ ਭਾਈ ਆਹ ਕੰਮ ਕਰੋ, ਆਹ ਚੀਜ਼ ਖਾਓ, ਆਹ ਪੀਓ, ਇਧਰ ਨੂੰ ਜਾਓ। ਵਹਿਮਾਂ ਭਰਮਾਂ ਵਿੱਚ ਪਾ ਕੇ ਸਾਡੀ ਆਰਥਿਕ ਲੁੱਟ ਕਰਦੇ ਨੇ, ਸਰੀਰਕ ਲੁੱਟ ਕਰਦੇ ਨੇ। ਤੇ ਜਿਹੜਾ ਭਰੋਸਾ, ਜਿਹੜੀ ਗਰੰਟੀ ਗੁਰੂ ਦੇ ਰਹੇ ਨੇ, ਉਹਦੇ ਤੇ ਸਾਡਾ ਵਿਸ਼ਵਾਸ ਨਹੀਂ ਵੱਜ ਰਿਹਾ। ਹਜੂਰ ਕਹਿ ਰਹੇ ਨੇ, ਗੋਬਿੰਦ ਦੀ ਰੱਦ ਨਾ ਕਰਿਆ ਘਣਾ ਆਨੰਦ ਆਏਗਾ। ਤਾਂ ਸਾਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਬਿਲਕੁਲ ਮਹਾਰਾਜ ਨੇ ਆਖਿਆ ਗੋਬਿੰਦ ਦੀ ਰੱਦ ਨਾ ਕਰਿਆ, ਜੀਵਨ ਵਿੱਚ ਘਣਾ ਆਨੰਦ ਆਏਗਾ ਤਾਂ ਬਿਲਕੁਲ ਆਏਗਾ, ਇਹਦੇ ਤੇ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ। ਤੇ ਮਹਾਰਾਜ ਫਿਰ ਅਰਾਧੀਏ ਕਿਵੇਂ? ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਕਹਿੰਦੇ ਗੁਰਮੁਖਾਂ ਦੇ ਨਾਲ ਮਿਲ ਕੇ ਬੈਠੋ ਤਾਂ ਇਹ ਦਾਤ ਜਿਹੜੀ ਹੈ ਰਸਨਾ ਨਾਲ ਜਪਣ ਦੀ ਫਿਰ ਮਿਲਦੀ ਹੈ। ਜਦੋਂ ਸੰਗਤ ਵਿੱਚ ਮਿਲ ਕੇ ਬੈਠਾਂਗੇ ਤਾਂ ਜਿਵੇਂ ਜਿਵੇਂ ਜੁੜਾਂਗੇ ਗੁਰੂ ਕੇ ਚਰਨਾਂ ਵਿੱਚ, ਤਿਉਂ ਤਿਉਂ ਚਾਉ ਪੈਦਾ ਹੋਏਗਾ ਬੰਦਗੀ ਦਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਕਹਿੰਦੇ ਸੰਸਾਰ ਤੇ ਆਇਆ ਉਹਦਾ ਹੀ ਸਫਲ ਸਮਝੋ, ਉਹਦਾ ਹੀ ਸੰਸਾਰ ਤੇ ਆਇਆ ਲੇਖੇ ਵਿੱਚ ਹੈ, ਜਿਸ ਨੇ ਵਾਹਿਗੁਰੂ ਪਰਮੇਸ਼ਰ ਨਾਲ ਸਾਂਝ ਬਣਾ ਲਈ। ਆਇਆ ਸਫਲ ਤਾਹੂ ਕੋ ਗਣੀਏ, ਜਾਸ ਰਸਨ ਹਰ ਹਰ ਮੁਖ ਭਣੀਏ। ਕਹਿੰਦੇ ਉਹਦਾ ਸੰਸਾਰ ਤੇ ਆਇਆ ਸਫਲ ਹੈ ਜਿਹਨੇ ਵਾਹਿਗੁਰੂ ਨਾਲ ਸਾਂਝ ਬਣਾ ਲਈ। ਤੇ ਆਪਾਂ ਬਚਨ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਜਿਹੜੇ ਬੰਦੇ ਨੇ ਵਾਰੀ ਸਾਂਭੀ ਨਹੀਂ, ਵੇਲਾ ਸਾਰੇ ਲੰਘਾ ਦਿੱਤਾ, ਉਹਦਾ ਸੰਸਾਰ ਤੇ ਆਇਆ ਸਫਲ ਨਹੀਂ ਹੈ, ਉਹਦਾ ਸੰਸਾਰ ਤੇ ਆਇਆ ਲੇਖੇ ਵਿੱਚ ਨਹੀਂ ਪਏਗਾ। ਕਹਿੰਦੇ ਉਹਦਾ ਹੀ ਸੰਸਾਰ ਤੇ ਆਇਆ ਗਿਣਿਆ ਜਾਏਗਾ, ਲੇਖੇ ਵਿੱਚ ਪਏਗਾ ਜਿਹਨੂੰ ਵਾਹਿਗੁਰੂ ਪ੍ਰਭੂ ਮਿਲ ਪਿਆ। ਇੱਕ ਖਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ। ਕਹਿੰਦੇ ਜਗਿਆਸੂ ਬੇਨਤੀ ਕਰਦਾ ਹੈ, ਵਾਹਿਗੁਰੂ ਜੀ ਕਿਰਪਾ ਕਰੋ, ਤੁਹਾਡੇ ਚਰਨਾਂ ਨਾਲ ਸਦਾ ਮੇਰੀ ਬਣ ਆਵੇ, ਮੈਂ ਸਦਾ ਤੁਹਾਡੀ ਯਾਦ ਵਿੱਚ ਜੁੜਿਆ ਰਹਾ। ਤੇ ਮਹਾਰਾਜ ਕਹਿੰਦੇ ਜੇ ਇਹ ਉਦਮ ਕਰਦਾ ਰਹੇਗਾ ਤੇ ਜੀਵਨ ਸਫਲ ਹੈ। ਇੱਕ ਖਿਣ ਕਹਿਣ ਤੋਂ ਭਾਵ ਜਿਹੜਾ ਵੀ ਸਮਾਂ ਉਹਦੀ ਯਾਦ ਵਿੱਚ ਲੰਘੇਗਾ,
ਉਹ ਸਮਾਂ ਸੁਖਦਾਈ ਹੈ, ਸਫਲਾ ਹੈ। ਪਰ ਜਦੋਂ ਉਹ ਖਸਮ ਵਾਹਿਗੁਰੂ ਵਿਸਰ ਗਿਆ, ਉਹਨੂੰ ਵਿਸਾਰ ਕੇ ਮਾਇਆ ਦੇ ਮੋਹ ਵਿੱਚ ਫਸ ਕੇ ਜਿਹੜਾ ਸਮਾਂ ਬਤੀਤ ਹੋਇਆ, ਉਹ ਸਮਾਂ ਲੇਖੇ ਵਿੱਚ ਨਹੀਂ। ਕਈ ਵੇਰਾਂ ਪੂਰੀ ਜ਼ਿੰਦਗੀ ਹੀ ਜਿਹੜੀ ਹੈ ਉਹ ਬੇਮੁਖ ਹੋਇਆਂ ਦੀ ਲੰਘ ਜਾਂਦੀ ਹੈ। ਤੇ ਸਤਿਗੁਰੂ ਜੀ ਫਿਰ ਅਗਲੇ ਬੰਦ ਵਿੱਚ ਬੇਨਤੀ ਕਰਦੇ ਨੇ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਕਹਿੰਦੇ ਸੁਆਮੀ ਪਰਮੇਸ਼ਰ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ। ਭਾਵੇਂ ਜਲ ਦੀ ਗੱਲ ਕਰੀਏ, ਭਾਵੇਂ ਥਲ ਦੀ, ਭਾਵੇਂ ਆਕਾਸ਼ ਦੀ, ਸਾਰਿਆਂ ਥਾਵਾਂ ਤੇ ਪਰਿਪੂਰਨ ਪੂਰਿਆ ਹੋਇਆ ਰਮਿਆ ਹੋਇਆ ਹੈ। ਜਿਹਦਾ ਵਾਸਾ ਘਟ ਘਟ ਵਿੱਚ ਹੈ, ਜਿਹੜਾ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ। ਕਹਿੰਦੇ ਜੇ ਉਹ ਵਾਹਿਗੁਰੂ ਪਰਮੇਸ਼ਰ ਫਿਰ ਵੀ ਚੇਤੇ ਨਾ ਆਵੇ ਤਾਂ ਇਸ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ, ਇਸ ਤੋਂ ਵੱਡੀ ਮਾੜੀ ਗੱਲ ਹੋਰ ਕੋਈ ਨਹੀਂ। ਕਿੱਡਾ ਕੋ ਵੱਡਾ ਦੁੱਖ ਬਿਆਨ ਕਰੀਏ, ਜਿਹੜਾ ਵਾਹਿਗੁਰੂ ਸਾਰੀਆਂ ਥਾਵਾਂ ਤੇ ਹੈ, ਜਿਹਦੇ ਤੋਂ ਬਗੈਰ ਇੱਕ ਸਾਹ ਵੀ ਅਸੀਂ ਨਹੀਂ ਲੈ ਸਕਦੇ, ਜਿਹਦੇ ਹੁਕਮ ਵਿੱਚ ਸਾਰੀ ਕਾਇਨਾਤ ਚੱਲ ਰਹੀ ਹੈ, ਜਿਹੜਾ ਸਾਡੇ ਪ੍ਰਾਣਾਂ ਦਾ ਆਸਰਾ ਹੈ। ਜੇ ਉਹ ਹੀ ਭੁੱਲ ਗਿਆ, ਉਹ ਹੀ ਵਿਸਰ ਗਿਆ, ਉਹ ਹੀ ਚੇਤੇ ਨਹੀਂ, ਤੇ ਸਾਧ ਸੰਗਤ ਇਸ ਤੋਂ ਵੱਡਾ ਦੁੱਖ ਹੋਰ ਕਿਹੜਾ ਕਹਿ ਸਕਦੇ ਹਾਂ ਅਸੀਂ। ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ, ਪਾਣੀ ਉਹਦਾ ਜੀਵਨ ਹੈ, ਪਾਣੀ ਤੋਂ ਬਗੈਰ ਉਹਦੀ ਮੌਤ, ਉਹਨੂੰ ਪਾਣੀ ਵਿਸਰਦਾ ਨਹੀਂ। ਪਰ ਜੇ ਮੱਛੀ ਪਾਣੀ ਵਿੱਚ ਰਹਿ ਕੇ ਪਾਣੀ ਨੂੰ ਹੀ ਭੁੱਲ ਜਾਏ, ਆਖੇ ਪਾਣੀ ਕਿਹੜੀ ਬਲਾ ਦਾ ਨਾਮ ਹੈ, ਮੇਰੀ ਤੇ ਆਪਣੀ ਬਹੁਤ ਵੱਡੀ ਹਸਤੀ ਹੈ, ਮੈਂ ਤੇ ਆਪ ਹੀ ਬਹੁਤ ਵੱਡੀ ਹਾਂ, ਤਾਂ ਉਹਨੂੰ ਆਖਾਂਗੇ ਵੀ ਤੈਨੂੰ ਸਮਝ ਨਹੀਂ ਭੋਲੀਏ, ਤੂੰ ਪਾਣੀ ਕਰਕੇ ਹੈ, ਪਾਣੀ ਤੋਂ ਬਗੈਰ ਤੇਰੀ ਕੋਈ ਵੀ ਹਸਤੀ ਨਹੀਂ। ਜੀਵ ਦੇ ਅੰਦਰ ਵੀ ਇੰਨੀ ਜ਼ਿਆਦਾ ਹਉਮੈ ਆ ਗਈ, ਕਹਿੰਦਾ ਰੱਬ ਕਿਹੜੀ ਚੀਜ਼ ਦਾ ਨਾਮ ਹੈ, ਮੈਂ ਖੁਦ ਰੱਬ ਹਾਂ, ਮੈਂ ਸਰਬ ਕਲਾ ਸਮਰੱਥ, ਮੈਂ ਸਾਰਾ ਕੁਝ ਕਰ ਸਕਦਾ, ਇੰਨੀ ਹਉਮੈ ਨਾਲ ਭਰਿਆ ਹੋਇਆ ਹੈ। ਤੇ ਜਿਸ ਦਿਨ ਸਮਝ ਆਉਂਦੀ ਹੈ ਨਾ, ਫਿਰ ਇਹਨੂੰ ਪਤਾ ਲੱਗਦਾ ਵੀ ਮੇਰੀ ਤੇ ਕੋਈ ਹਸਤੀ ਹੀ ਨਹੀਂ ਹੈ, ਮੇਰੀ ਕੋਈ ਪਾਇਆ ਹੀ ਨਹੀਂ ਹੈ, ਮੈਂ ਤੇ ਕੁਝ ਵੀ ਨਹੀਂ ਆ। ਫਿਰ ਸਮਝ ਆ ਜਾਂਦੀ ਇਹਨੂੰ, ਫਿਰ ਇਹ ਬੇਨਤੀ ਕਰਦਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ। ਜਦੋਂ ਸਮਝ ਆ ਜਾਂਦੀ ਹੈ ਨਾ, ਉਦੋਂ ਕਹਿੰਦਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਫਿਰ ਸਮਝ ਆਉਂਦੀ ਹੈ, ਕਹਿੰਦੇ ਬਹੁਤ ਵੱਡੇ ਦੁੱਖ ਦੀ ਗੱਲ ਹੈ, ਉਹ ਖਸਮ ਇਹਨੂੰ ਚੇਤੇ ਨਹੀਂ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਭਾਗ ਜਿੰਦੇ ਕੋਲ ਬਹੁਤ ਧਨ ਹੋਵੇ, ਅਸੀਂ ਕਹਿੰਦੇ ਬੰਦਾ ਬੜਾ ਭਾਗਾਂ ਵਾਲਾ ਹੈ। ਜਿਹਦੇ ਘਰ ਪੁੱਤਰ ਪੈਦਾ ਹੋਵੇ, ਅਸੀਂ ਕਹਿੰਦੇ ਬੜੇ ਚੰਗੇ ਭਾਗ ਨੇ। ਜਿਹਨੂੰ ਵੱਡੀ ਨੌਕਰੀ ਮਿਲ ਜਾ, ਅਸੀਂ ਕਹਿੰਦੇ ਬਹੁਤ ਚੰਗੇ ਭਾਗ ਨੇ। ਪਰ ਸਤਿਗੁਰੂ ਨੇ ਆਖਿਆ ਨਹੀਂ, ਕਾਰੋਬਾਰ ਵੱਡਾ ਹੋਣਾ, ਪੁੱਤਰ ਧੀਆਂ ਦਾ ਹੋਣਾ, ਚੰਗੀ ਨੌਕਰੀ ਹੋਣੀ, ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮਣਾ, ਸਤਿਗੁਰੂ ਨੇ ਇਹਨੂੰ ਨਹੀਂ ਆਖਿਆ ਚੰਗੇ ਭਾਗ। ਚੰਗੇ ਭਾਗ ਕਿਹਨੂੰ ਆਖੇ ਨੇ? ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਚੇਤੇ ਹੈ, ਅਸਲ ਵਿੱਚ ਉਹ ਮਨੁੱਖ ਹਨ ਭਾਗਾਂ ਵਾਲੇ। ਅਸਲ ਵਿੱਚ ਉਹਨਾਂ ਮਨੁੱਖਾਂ ਦੇ ਮਨਾਂ ਮੂੰਹ ਭਾਗ ਚੰਗੇ ਹਨ, ਜਿਨ੍ਹਾਂ ਨੂੰ ਵਾਹਿਗੁਰੂ ਚੇਤੇ ਹੈ। ਤੇ ਸਾਧ ਸੰਗਤ, ਉਹ ਕੋਈ ਸਧਾਰਨ ਬੰਦਾ ਝੁੱਗੀ ਵਿੱਚ ਬੈਠਾ ਵੀ ਹੋ ਸਕਦਾ ਹੈ, ਤੇ ਕੋਈ ਮਹਿਲਾਂ ਵਿੱਚ ਬੈਠਾ ਵੀ ਹੋ ਸਕਦਾ ਹੈ। ਬਾਣੀ ਦੇ ਵਿੱਚ ਆਉਂਦਾ ਹੈ ਨਾ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰ ਉਦਿਆਨ ਪਰ ਮਿੰਨਾ, ਮਿੱਤਰ ਨਾ ਇਠ ਤਨ ਰੂਪਹੀਨ ਕਿ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਭਾਵੇਂ ਤਨ ਤੇ ਪਾਏ ਕੱਪੜੇ ਪਾਟੇ ਨੇ, ਭਾਵੇਂ ਕੱਖਾਂ ਦੀ ਕੁੱਲੀ ਹੈ, ਕਹਿੰਦੇ ਜੇ ਵਾਹਿਗੁਰੂ ਚੇਤੇ ਹੈ ਤਾਂ ਸਤਿਗੁਰੂ ਕਹਿੰਦੇ ਮੇਰੀ ਨਜ਼ਰ ਵਿੱਚ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਸਾਰੀ ਸ੍ਰਿਸ਼ਟੀ ਦਾ। ਪਰ ਦੂਜੇ ਪਾਸੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਹਿ ਵਸੂਰੇ, ਸੋ ਪ੍ਰਭ ਚਿਤ ਨ ਆਵਈ ਵਿਸ਼ਟਾ ਕੇ ਕੀਰੇ। ਬਿਨ ਹਰ ਨਾਮ ਨਾ ਸ਼ਾਂਤ ਹੋਏ,
ਕਿਤ ਬਿਦ ਮਨ ਧੀਰੇ। ਤੇ ਦੂਜੇ ਪਾਸੇ ਸਾਰੇ ਸੁੱਖ ਭੋਗਦਾ ਹੋਇਆ ਲਗਜ਼ਰੀ ਲਾਈਫ ਜਿਉਣ ਵਾਲਾ ਬੰਦਾ, ਪਰ ਜੇ ਉਹਨੂੰ ਵਾਹਿਗੁਰੂ ਚੇਤੇ ਨਹੀਂ ਤਾਂ ਸਤਿਗੁਰੂ ਕਹਿੰਦੇ ਗੰਦਗੀ ਦਾ ਕੀੜਾ ਹੀ ਹੈ। ਇੱਥੇ ਮਹਾਰਾਜ ਕਹਿੰਦੇ ਉਹਦੇ ਭਾਗ ਮਣਾ ਮੂੰਹ ਚੰਗੇ ਨੇ ਜਿਹੜੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਨੇ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਤੇ ਬੇਨਤੀ ਕੀਤੀ, ਹੇ ਵਾਹਿਗੁਰੂ ਜੀ, ਮੇਰਾ ਮਨ ਵੀ ਤੇਰੇ ਦਰਸ਼ਨਾਂ ਨੂੰ ਲੋਚਦਾ ਹੈ, ਮੇਰੇ ਤੇ ਵੀ ਕਿਰਪਾ ਕਰੋ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ। ਜਿਹੜਾ ਮੈਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਦੇਵੇ, ਮੈਂ ਉਹਦੇ ਚਰਨੀ ਲੱਗ ਜਾਵਾਂ, ਉਹਦੇ ਪੈਰ ਫੜ ਲਵਾਂ। ਤੋ ਐਸਾ ਕੌਣ ਹੈ ਜੋ ਸਾਡੇ ਜੀਵਾਂ ਦਾ ਮੇਲ ਵਾਹਿਗੁਰੂ ਨਾਲ ਕਰਾ ਸਕਦਾ ਹੈ? ਉਹ ਹੈ ਸਮਰੱਥ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ, ਹਰ ਦਰਗਾ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋਗ। ਪੂਰਨ ਸਤਿਗੁਰੂ ਸਾਡੇ ਸਭਨਾਂ ਤੇ ਕਿਰਪਾ ਕਰਨ, ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜ ਕੇ ਵਾਹਿਗੁਰੂ ਦੀ ਬੰਦਗੀ ਵਿੱਚ ਲਾਉਣ, ਤਾਂ ਹੀ ਸਾਡਾ ਵੀ ਸੰਸਾਰ ਤੇ ਆਇਆ ਸਫਲਾ ਹੋਏਗਾ। ਸੋ ਆਪਾਂ ਵੀ ਇਹ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਸਦਾ ਕਰਦੇ ਰਹੀਏ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਸੋ ਇਹ ਅਰਦਾਸ ਗੁਰੂ ਕੇ ਚਰਨਾਂ ਵਿੱਚ ਰੋਜ਼ ਕਰੀਏ, ਜ਼ਰੂਰ ਸਤਿਗੁਰੂ ਸਾਡੀ ਬੇਨਤੀ ਨੂੰ ਸੁਣਨਗੇ। ਉਹ ਸਮਰੱਥ ਨੇ ਸਾਡੇ ਤੇ ਕਿਰਪਾ ਕਰਨਗੇ। ਸੋ ਫਿਰ ਦੁਬਾਰਾ ਅੱਜ ਨਾਨਕਸ਼ਾਹੀ ਸੰਮਤ ਜੋ 553 ਆਰੰਭ ਹੋਇਆ ਹੈ ਨਵੇਂ ਸਾਲ ਦੀਆਂ ਸਮੁੱਚੀਆਂ ਸੰਗਤਾਂ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈਆਂ ਜੀ। ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। खूबसूरत अखाना रखे ख्याल। लाइट आई ड्रॉप। धूल मिट्टी पॉल्यूशन टीवी कंप्यूटर की हानिकारक किरणें, फिर आंखों में लाली, थकान, पानी आना, कुकरे, जाले, मोतियाबिंद या आंखों की कम होती रोशनी के लिए इस्तेमाल करें लाइट आई ड्रॉप्स। 5 तरह की तुलसी के अर्क से तैयार भारत की सबसे भरोसेमंद जॉली तुलसी 51 ड्रॉप्स, जो इम्यूनिटी बढ़ाने के लिए लैब टेस्टेड है। मिलते जुलते नाम वाली तुलसी ड्रॉप से बचें और अपनाएं असली जॉली तुलसी 51 ड्रॉप, जो इम्यूनिटी बढ़ाए।